ਰਮਨੀਕ ਸਿੰਘ, ਲੈਕਚਰਰ ਫਿਜ਼ਿਕਸ, ਰਣੀਵਾਲਾ ਸ਼ੇਖਸਬਾਨ। ਅਸੀਂ ਅੱਜ ਜਿਹੜਾ ਟੌਪਿਕ ਡਿਸਕਸ ਕਰਾਂਗੇ ਉਹ ਹੈਗਾ ਕਪੈਸਿਟੈਂਸ ਆਫ ਏ ਸਫੈਰੀਕਲ ਕੰਡਕਟਰ। ਲਾਸਟ ਟਾਈਮ ਅਸੀਂ ਇੰਟਰੋਡਕਸ਼ਨ ਟੂ ਦੀ ਕਪੈਸਿਟਰ ਹੈ ਜਿਹੜਾ ਅਸੀਂ ਉਹ ਆਰਟੀਕਲ ਕੀਤਾ ਸੀ, ਜਿਹਦੇ ਵਿੱਚ ਅਸੀਂ ਇਹ ਚੀਜ਼ ਡਿਸਕਸ ਕੀਤੀ ਸੀ ਵੀ ਇੱਕ ਕਪੈਸਿਟਰ ਕੀ ਹੁੰਦਾ ਹੈ। ਇਟ ਇਜ਼ ਏ ਡਿਵਾਈਸ ਵਿਚ ਇਜ਼ ਯੂਜ਼ ਟੂ ਸਟੋਰ ਦੀ ਚਾਰਜ। ਠੀਕ ਹੈ ਜੀ। ਕਪੈਸਿਟੈਂਸ ਕੀ ਹੁੰਦਾ ਹੈ? ਮੈਕਸਿਮਮ ਅਬਿਲਿਟੀ ਟੂ ਸਟੋਰ ਦੀ ਚਾਰਜ। ਠੀਕ ਹੈ ਜੀ। ਫਿਰ ਉਹਦੀ ਯੂਨਿਟ SI ਅਸੀਂ ਡਿਸਕਸ ਕੀਤੇ ਸੀ ਫੈਰਡ। ਠੀਕ ਹੈ ਜੀ। ਫਿਰ ਆਪਾਂ ਦੱਸਿਆ ਸੀ ਵੀ ਜਿਹੜਾ ਫੈਰਡ ਯੂਨਿਟ ਹੈ ਵਿਚ ਇਜ਼ ਏ ਵੈਰੀ ਲਾਰਜ ਯੂਨਿਟ, ਮਾਈਕਰੋ ਫੈਰਡ ਜਾਂ ਪੀਕੋ ਫੈਰਡ ਦੀ ਫਾਰਮ 'ਚ ਯੂਜ਼ ਕੀਤਾ ਜਾਂਦਾ। ਠੀਕ ਹੈ ਜੀ। ਫਿਰ ਡਿਪੈਂਡਿੰਗ ਅਪੋਨ ਦੀ ਸ਼ੇਪ ਆਪਾਂ ਡਿਸਕਸ ਕੀਤਾ ਸੀਗਾ ਵੀ ਪੈਰਲਲ ਪਲੇਟ ਕਪੈਸਿਟਰ, ਸਫੈਰੀਕਲ ਤੇ ਸਿਲੰਡਰੀਕਲ, ਤਿੰਨ ਤਰ੍ਹਾਂ ਦੇ ਆਪਣੇ ਕੋਲ ਹੁੰਦੇ ਤੇ ਡਿਫਰੈਂਟ ਟਾਈਪ ਆਫ ਕਪੈਸਿਟਰਸ ਜੀ ਅਸੀਂ ਡਿਸਕਸ ਕੀਤਾ ਸੀ। ਠੀਕ ਹੈ ਜੀ। ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਉਹ ਧਿਆਨ ਨਾਲ ਦੇਖੋ। ਇਸ ਚੀਜ਼ ਦੇ ਵਿੱਚ ਬੱਚਿਆਂ ਨੂੰ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ। ਇਹ ਸਫੈਰੀਕਲ ਕਪੈਸਿਟਰ ਨਹੀਂ ਹੈਗਾ, ਇਹ ਆਪਣੇ ਕੋਲ ਕੀ ਹੈ? ਸਫੈਰੀਕਲ ਕੰਡਕਟਰ। ਕੰਡਕਟਰ ਦਾ ਮਤਲਬ ਸਿੰਪਲੀ ਇੱਕ ਸਫੀਅਰ ਹੈ। ਠੀਕ ਹੈ ਜੀ। ਜਿਵੇਂ ਅਸੀਂ ਗੌਸ ਲਾ ਦੀ ਫਾਰਮ ਦੇ ਵਿੱਚ ਸਫੈਰੀਕਲ ਸ਼ੈੱਲ ਜਾਂ ਸਫੈਰੀਕਲ ਕੰਡਕਟਰ ਕੀਤਾ ਸੀ, ਉਸ ਤਰ੍ਹਾਂ ਦਾ ਆਪਣੇ ਕੋਲ ਇੱਕ ਸਫੈਰੀਕਲ ਕੰਡਕਟਰ ਹੈ। ਅਸੀਂ ਕੀ ਕੈਲਕੂਲੇਟ ਕਰਨਾ ਚਾਹੁੰਦੇ ਹਾਂ? ਉਹਦੀ ਕਪੈਸਿਟੈਂਸ ਕੈਲਕੂਲੇਟ ਕਰਨਾ ਚਾਹੁੰਦੇ ਹਾਂ। ਵਟ ਵਿਲ ਬੀ ਇਟਸ ਕਪੈਸਿਟੈਂਸ। ਤਾਂ ਇਹਦੀ ਕਪੈਸਿਟੈਂਸ ਕੈਲਕੂਲੇਟ ਕਰਨ ਤੋਂ ਪਹਿਲਾਂ ਇੱਕ ਚੀਜ਼ ਜਿਹੜੀ ਅਸੀਂ ਲਾਸਟ ਟਾਈਮ ਕੀਤੀ ਸੀ, ਫਾਰਮੂਲਾ Q = CV। ਵਾਈਸ ਚਾਂਸਲਰ ਤੋਂ ਅਸੀਂ ਯਾਦ ਰੱਖਿਆ ਸੀ VC। ਠੀਕ ਹੈ ਜੀ। C ਇਜ਼ ਦੀ ਕਪੈਸਿਟੈਂਸ, V ਇਜ਼ ਦੀ ਪੋਟੈਂਸ਼ੀਅਲ, Q ਇਜ਼ ਦੀ ਚਾਰਜ। ਤਾਂ C ਦੀ ਵੈਲਿਊ ਆਪਣੇ ਕੋਲ ਕੀ ਹੋਈ? Q/V। ਇਹਦਾ ਮਤਲਬ ਸਾਡਾ ਜਿਹੜਾ ਇੱਥੇ ਮੇਨ ਟੌਪਿਕ ਹੈ, ਅਸੀਂ ਕੀ ਕੈਲਕੂਲੇਟ ਕਰਨਾ ਚਾਹੁੰਦੇ ਹਾਂ? ਵੀ ਵਾਂਟ ਟੂ ਕੈਲਕੂਲੇਟ ਦੀ C। ਅਸੀਂ C ਦੀ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਹਾਂ। ਇਹਦੇ ਵਾਸਤੇ ਇੱਕ ਸਿੰਪਲ ਸਟੈਪ ਹੈ ਜਿਹੜਾ ਤੁਹਾਨੂੰ ਜਿਹੜਾ ਦੱਸਿਆ ਗਿਆ ਸੀਗਾ, ਮੋਸਟ ਇੰਪੋਰਟੈਂਟ ਹੈ, ਜਿਹੜਾ ਵੀ ਆਪਾਂ ਕੀ ਕਰਨਾ ਹੁੰਦਾ, ਵੀ ਵਾਂਟ ਟੂ ਕੈਲਕੂਲੇਟ ਦੀ ਵੈਲਿਊ ਆਫ ਦੀ V potential in terms of Q। ਆਲਮੋਸਟ ਸਾਰੇ ਚੈਪਟਰ ਦੇ ਵਿੱਚ ਜਿਹੜੇ ਵੀ ਅਸੀਂ ਆਰਟੀਕਲ ਡਰਾਈਵ ਕਰਾਂਗੇ ਉਹਨਾਂ ਵਿੱਚ ਸਾਡਾ ਮੇਨ ਜਿਹੜਾ ਮੈਥਡ ਹੋਊਗਾ ਉਹ ਕੀ ਹੋਊਗਾ? ਅਸੀਂ ਕੀ ਕਰਿਆ ਕਰਾਂਗੇ? ਵੀ ਵਾਂਟ ਟੂ ਕੈਲਕੂਲੇਟ ਦੀ ਵੈਲਿਊ ਆਫ ਦੀ V। ਅਸੀਂ V ਦੀ ਵੈਲਿਊ ਹੈ ਜਿਹੜੀ ਉਹ ਕੈਲਕੂਲੇਟ ਕਰਿਆ ਕਰਾਂਗੇ ਪੋਟੈਂਸ਼ੀਅਲ ਦੀ ਇਨ ਟਰਮਸ ਆਫ Q। ਉਹ ਵੈਲਿਊ ਕੈਲਕੂਲੇਟ ਕਰਨ ਤੋਂ ਬਾਅਦ ਜਿਹੜੀ ਇਕੁਏਸ਼ਨ ਹੈ ਅਸੀਂ ਇਹਦੇ ਵਿੱਚ ਅਸੀਂ ਕੀ ਕਰਿਆ ਕਰਾਂਗੇ? ਇੱਥੇ ਪੁੱਟ ਕਰ ਦਿਆ ਕਰਾਂਗੇ। Q ਨਾਲ Q ਕੈਂਸਲ ਹੋ ਜਾਇਆ ਕਰੂਗਾ ਤੇ ਕਪੈਸਿਟੈਂਸ ਦੀ ਵੈਲਿਊ ਆ ਜਾਇਆ ਕਰੇਗੀ। ਠੀਕ ਹੈ ਜੀ। ਇਹ ਆਪਣਾ ਟੌਪਿਕ ਹੋਵੇਗਾ। ਸੋ ਜੇ ਅਸੀਂ ਹੁਣ ਗੱਲ ਕਰੀਏ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਕਪੈਸਿਟੈਂਸ ਆਫ ਏ ਸਫੈਰੀਕਲ ਕੰਡਕਟਰ, ਤਾਂ ਪਹਿਲਾਂ ਆਪਣੇ ਕੋਲ ਕੀ ਹੈ? ਆਪਾਂ ਕਹਾਂਗੇ ਲੈਟ ਅਸ ਟੇਕ ਅ ਕੰਡਕਟਰ ਆਫ ਰੇਡੀਅਸ R। ਇੱਕ ਆਪਾਂ ਕੀ ਲਿਆ? ਕੰਡਕਟਰ ਲਿਆ ਸਫੈਰੀਕਲ ਇਨ ਸ਼ੇਪ whose radius is R and Q is the charge given to it। ਜਿਹਨੂੰ ਆਪਾਂ ਕੀ ਕੀਤਾ ਹੋਇਆ? Q ਚਾਰਜ ਹੈ ਜਿਹੜਾ ਟੋਟਲ Q ਚਾਰਜ ਦਿੱਤਾ ਹੈ। ਠੀਕ ਹੈ ਜੀ। ਜਿਹੜਾ ਵੀ ਅਸੀਂ ਕੰਡਕਟਰ ਨੂੰ, ਸਫੈਰੀਕਲ ਕੰਡਕਟਰ ਨੂੰ ਚਾਰਜ ਦਿੰਦੇ ਹਾਂ ਉਹ ਕੀ ਕਰਦੇ ਆ? ਸਾਰੇ ਦਾ ਸਾਰਾ ਮੂਵ ਕਰਕੇ ਉਹਦੇ ਸਰਫੇਸ ਦੇ ਉੱਪਰ ਚਲਾ ਜਾਂਦਾ ਤੇ ਇਨਸਾਈਡ ਦੀ ਕੰਡਕਟਰ ਹੈ ਜਿਹੜੀ ਇਲੈਕਟ੍ਰਿਕ ਫੀਲਡ ਆਪਣੇ ਕੋਲੇ 0 ਹੁੰਦੀ ਹੈ। ਠੀਕ ਹੈ ਜੀ। ਐਜ਼ ਵੀ ਨੋ ਦੈਟ ਚਾਰਜ ਗਿਵਨ ਟੂ ਦੀ ਕੰਡਕਟਰ ਵਿਲ ਮੂਵ ਟੂ ਇਟਸ ਸਰਫੇਸ ਐਂਡ ਨੈਟ ਇਲੈਕਟ੍ਰਿਕ ਫੀਲਡ ਇਨਸਾਈਡ ਦੀ ਕੰਡਕਟਰ ਇਜ਼ 0। ਠੀਕ ਹੈ ਜੀ। ਪਹਿਲਾਂ ਅਸੀਂ ਇਸ ਕੇਸ ਦੇ ਵਿੱਚ ਗੌਸ ਲਾ ਦੇ ਵਿੱਚ ਅਸੀਂ ਵੈਲਿਊ ਕੈਲਕੂਲੇਟ ਕਰ ਚੁੱਕੇ ਸੀ। V ਦੀ E ਦੀ ਵੈਲਿਊ ਅਸੀਂ ਕੈਲਕੂਲੇਟ ਕੀਤੀ ਸੀ ਤੇ ਉੱਥੇ ਜਿਹੜਾ ਸਾਡੇ ਕੋਲ ਕੀ ਹੈ? ਚਾਰਜ ਗਿਵਨ ਟੂ ਦੀ ਸਫੈਰੀਕਲ ਕੰਡਕਟਰ ਹੈ ਉਹ ਕਿਸ ਤਰ੍ਹਾਂ ਦਾ ਆਇਆ ਸੀ? ਜਿਵੇਂ ਸਾਰੇ ਦਾ ਸਾਰਾ ਚਾਰਜ ਕਿੱਥੇ ਪਿਆ ਹੋਵੇ? ਉਹਦੇ ਸੈਂਟਰ ਤੇ ਪਿਆ ਹੋਵੇ। ਇਟ ਮੀਨਸ ਕੰਡਕਟਰ, ਸਫੈਰੀਕਲ ਕੰਡਕਟਰ having charge Q will behave as a point charge, as a body having whole of the charge concentrated at its center। ਠੀਕ ਹੈ ਜੀ। for the observation point lying on the surface or outside। ਠੀਕ ਹੈ ਜੀ। ਗੌਸ ਲਾ ਦੇ ਵਿੱਚ ਅਸੀਂ ਚੀਜ਼ ਪ੍ਰੂਵ ਕਰ ਲਈ ਸੀ। ਸੋ ਚਲੋ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਅਸੀਂ ਕੀ ਕੈਲਕੂਲੇਟ ਕਰਨਾ ਚਾਹੁੰਦੇ ਹਾਂ? ਕਪੈਸਿਟੈਂਸ। ਐਂਡ ਵੀ ਨੋ ਦੈਟ ਕਪੈਸਿਟੈਂਸ ਬਾਈ ਦੀ ਫਾਰਮੂਲਾ Q = CV and C = Q/V। This is the equation number 1। Now we will calculate the value of the V। ठीक है। For value of V in terms of Q। ਠੀਕ ਹੈ ਜੀ। ਹੁਣੇ ਆਪਾਂ ਗੱਲ ਕੀਤੀ ਹੈ ਵੀ ਇਹ ਕਿਸ ਤਰ੍ਹਾਂ ਨਾਲ ਬਿਹੇਵ ਕਰ ਰਿਹਾ ਐਜ਼ ਏ ਪੁਆਇੰਟ ਚਾਰਜ, ਐਜ਼ ਇਫ ਹੋਲ ਆਫ ਦੀ ਚਾਰਜ ਇਜ਼ ਲੋਕੇਟਡ ਐਟ ਇਟਸ ਸੈਂਟਰ, Q ਇਜ਼ ਦੀ ਚਾਰਜ ਗਿਵਨ। ਠੀਕ ਹੈ ਜੀ। ਇਹਦਾ ਫਾਰਮੂਲਾ ਹੈ ਜਿਹੜਾ ਪੁਆਇੰਟ ਚਾਰਜ ਦਾ ਆਪਾਂ ਨੂੰ ਪਤਾ ਹੈ, ਪੋਟੈਂਸ਼ੀਅਲ ਦਾ 1/4πε0 Q/R।
1/4πε0 Q/r। ठीक है जी, क्लीयर हो गया कि नहीं हो गया? ठीक है जी। ਹੁਣ देखो ऑलरेडी जी v की वैल्यू है इन टर्म्स ऑफ q आ चुकी है। सो फ्रॉम इक्वेशन फर्स्ट एंड सेकेंड, पहली तो दूसरी इक्वेशन, तो वी विल पुट द वैल्यू ऑफ द v इन द इक्वेशन c। c इज इक्वल टू q/v। v की वैल्यू पुट करिए तो 1/4πε0 Q/r। ठीक है जी। सानू पता है बटे का बटा जी आ वाली टर्म है ये अपने को कितने चली जाऊगी, न्यूमीरेटर दे विच। सो सी अपने को की बन गया Q डिवाइड बाय Q इंटू 4πε0 r। Q नाल Q अपने को की होगा कैंसल। सो कैपेसिटेंस ऑफ ए स्फेरिकल कंडक्टर इज 4πε0 r। r is the radius of that कंडक्टर। ठीक है जी। इत्थे ये गल मैं बार बार रिपीट कर रहा, याद रखना है ये स्फेरिकल कैपेसिटर की वैल्यू नहीं आई है, कैपेसिटेंस की स्फेरिकल कंडक्टर की वैल्यू आई है अपने को, क्योंकि अपने आर्टिकल का नाम की स्फेरिकल कंडक्टर। इट मीनस जे असीं देखिए जी साढ़े को वैल्यू आई है ये किहदे ते डिपेंड करती, कैपेसिटेंस की वैल्यू 4 कॉन्सटेंट है, पाई कॉन्सटेंट है, ε0 कॉन्सटेंट। इट मीन जी ये वैल्यू अपने को आई है 4πε0 r। कैपेसिटेंस इज डायरेक्टली प्रोपोर्शनल टू r। मोर विल बी द रेडियस ऑफ द स्फेरिकल कंडक्टर, मोर विल बी द कैपेसिटी टू स्टोर द चार्ज। ठीक है जी, क्लीयर होया कि नहीं होया? ठीक है जी। 4πε0 की वैल्यू असीं कैलकुलेट कर सकते हैं। सानू पता भी 1/4πε0 की वैल्यू कितनी होंदी है, 9 × 10⁻⁹। उत्तों असीं 4πε0 की वैल्यू कढ़ सकते हैं 1/9 × 10⁻⁹। ठीक है जी। हुण असीं कैलकुलेट करनी होवे जी, मान लो कैलकुलेट दी कैपेसिटेंस ऑफ अर्थ, क्योंकि अर्थ भी अपने को बेटे की है, एक स्फेरिकल बॉडी है, एक स्फेरिकल कंडक्टर है। ठीक है जी। स्फेरिकल कंडक्टर के केस फार्मूला की होगा, कैपेसिटेंस इज गिवन बाय 4πε0 r। r इज द रेडियस ऑफ द अर्थ 6.4 × 10⁻⁶। ठीक है जी। ये वैल्यू अपने को इन टर्म्स ऑफ मीटर अपने को आ गई है। हुण आपां c की वैल्यू जो इत्थे पुट करिए, इहदी वैल्यू 1/9 × 10⁻⁹ मल्टीप्लाई बाय 6.4 × 10⁻⁶। तो जी वैल्यू कैलकुलेट करने तो बाद साडे कोल आउंदी है 711 माइक्रोफैरड। कहना मतलब अर्थ एडी वड्डी बॉडी है, फिर भी उनकी कैपेसिटेंस अपने कोल की आ रही है, माइक्रोफैरड दे विच आ रही है। इस पॉइंट तो सानू क्लीयर हो जाना चाहिए भी जी फैरड यूनिट है, दीज आर दी वेरी वेरी लार्जर यूनिट। ठीक है, फैरड है जो बहुत वड्डा यूनिट है। ठीक है, इस करके याद रखना भी अर्थ है जी, जे असीं उहनूं स्फेरिकल बॉडी लैके चलते हैं कंप्लीटली, तो ये फार्मूला अपलाई करने तो बाद जी साढ़े कोल वैल्यू आउंदी है, साढ़े कोल कितनी आउंदी 711 माइक्रोफैरड। ठीक है जी। लो जी, हुण जिहड़ा असीं वैल्यू कैलकुलेट करते हैं कैपेसिटेंस ऑफ ए स्फेरिकल कैपेसिटर, पहलां जिहड़ी असीं वैल्यू कैलकुलेट की है वो असीं कैलकुलेट की है कंडक्टर की। हुण असीं किहदी वैल्यू कैलकुलेट करनी है, एक स्फेरिकल कैपेसिटर। ठीक है जी। जेकर स्फेरिकल कैपेसिटर की वैल्यू आपां क्लीयर करनी है तो ये पहला असीं एक आर्टिकल है जिहड़ा कीता है, जिंदे विच असीं दो पैरेलल प्लेट, ठीक है जी, एक नूं असीं पॉजिटिव चार्ज दिता सी ते एक नूं असीं नैगेटिव चार्ज दिता सी, जिंदे विच असीं 3 पॉइंट लैके 1 2 ते 3, ठीक है जी, उत्थे असीं इलैक्ट्रिक फील्ड की वैल्यू कैलकुलेट की सी। ये आर्टिकल प्लीज़ जिहड़ा पोटैंशियल वाले चैप्टर दे विच जाके है वो आपां कैलकुलेट कर लेना, उत्थे देख लेना, उन्होंने समझ लेना, जो कोई डाउट होवे तो दोबारा मेरे नाल, ठीक है जी, क्लीयर कर लेना। उत्थे असीं चीज़ कैलकुलेट की सी भी इत्थे इलैक्ट्रिक फील्ड 0 होगी, इत्थे इलैक्ट्रिक फील्ड 0 होगी, तो इन बिटवीन अपने को सिग्मा बाय एप्सिलॉन0। जेकर इनकी सरफेस चार्ज डेंसिटी दोवां दी आपां की लैके चलने हैं सिग्मा, माइनस सिग्मा ते प्लस सिग्मा सेम लैके चलने। एप्सिलॉन0 एयर है इन बिटवीन द मीडियम।
ਠੀਕ ਹੈ ਜੀ। ਇਸ ਚੀਜ਼ ਨੂੰ ਜੇ ਅਸੀਂ ਆਧਾਰ ਬਣ ਕੇ ਚੱਲੀਏ ਤਾਂ ਇਹਦਾ ਮਤਲਬ ਜਦੋਂ ਇੱਕ ਸਫੀਅਰ ਦੇ ਵਿੱਚ ਦੂਸਰਾ ਸਫੀਅਰ ਜਦੋਂ ਅਸੀਂ ਰੱਖਿਆ ਹੋਇਆ ਤਾਂ ਇਸ ਤਰ੍ਹਾਂ ਦੀ ਹੀ ਕੰਡੀਸ਼ਨ ਬਣ ਗਈ। ਠੀਕ ਹੈ ਜੀ। ਉਹਦੇ ਵਿੱਚ ਆਪਣੇ ਕੋਲ ਕੀ ਹੈ, ਸੈਂਟਰ ਜਿਹਦਾ ਆਪਣੇ ਕੋਲ ਕੀ ਹੈ, ਇਨਰ ਜਿਹੜਾ ਸਫੀਅਰ ਹੈ ਉਹਦਾ ਰੇਡੀਅਸ ਆਰ ਏ ਹੈ, ਜਿਹੜਾ ਆਊਟਰ ਸਫੀਅਰ ਹੈ ਉਹਦਾ ਰੇਡੀਅਸ ਆਪਣੇ ਕੋਲ ਆਰ ਬੀ ਹੈ। ਜੇਕਰ ਇਨਰ ਸਫੀਅਰ ਨੂੰ ਅਸੀਂ ਪੋਜ਼ਿਟਿਵ ਚਾਰਜ ਦੇ ਦਈਏ ਤਾਂ ਕੀ ਹੋਏਗਾ, ਨੈਗੇਟਿਵ ਚਾਰਜ ਹੈ ਜਿਹੜਾ ਆਪਣੇ ਕੋਲ ਕੀ ਹੋਏਗਾ, ਆਊਟਰ ਸਫੀਅਰ ਦੀ ਇਨਰ ਵਾਲ ਦੇ ਵਿਚਕਾਰ ਨੈਗੇਟਿਵ ਹੈ ਜਿਹੜਾ ਉਹ ਇੰਡਿਊਸ ਹੋ ਜਾਏਗਾ, ਤੇ ਆਊਟਰ ਆਪਣੇ ਕੋਲ ਕਿਹੜਾ ਹੋਵੇਗਾ, ਪੋਜ਼ਿਟਿਵ ਚਾਰਜ ਹੈ ਜਿਹੜਾ ਉਹ ਆਪਣੇ ਕੋਲ ਇੰਡਿਊਸ ਹੋ ਜਾਏਗਾ। ਠੀਕ ਹੈ ਜੀ। ਇਸ ਪੋਜ਼ਿਟਿਵ ਚਾਰਜ ਨੂੰ ਜਿਹੜਾ ਪ੍ਰਿੰਸੀਪਲ ਆਫ ਆਪਾਂ ਕਪੈਸਿਟਰ ਕੀਤਾ ਸੀਗਾ, ਇਹਨੂੰ ਅਰਥ ਕਰ ਦਾਂਗੇ ਤੇ ਸਾਰਾ ਮੂਵ ਕਰਕੇ ਕਿੱਥੇ ਚਲਾ ਜਾਵੇਗਾ, ਅਰਥ ਦੇ ਵਿੱਚ ਚਲਾ ਜਾਵੇਗਾ। ਤਾਂ ਆਹ ਫਿਗਰ ਹੈ ਜਿਹੜੀ ਸਾਡੇ ਕੋਲ ਬਣ ਜਾਏਗੀ। ਠੀਕ ਹੈ ਜੀ। ਪੋਜ਼ਿਟਿਵ ਚਾਰਜ ਦਿੱਤਾ ਹੈ, ਇਨਰ ਆਪਣੇ ਕੋਲ ਕੀ ਹੈ, ਨੈਗੇਟਿਵ ਚਾਰਜ, ਜਿਹੜਾ ਰੇਡੀਅਸ ਹੈ ਆਊਟਰ ਦਾ ਆਰ ਬੀ ਤੇ ਇਨਰ ਦਾ ਰੇਡੀਅਸ ਆਪਣੇ ਕੋਲ ਕੀ ਹੈ, ਆਰ ਏ। ਠੀਕ ਹੈ। ਆਊਟਸਾਈਡ ਆਪਣੇ ਕੋਲ ਇਲੈਕਟ੍ਰਿਕ ਫੀਲਡ ਕੀ ਹੈ, 0। ਇਨਸਾਈਡ ਦੀ ਕੰਡਕਟਰ ਇਲੈਕਟ੍ਰਿਕ ਫੀਲਡ ਕੀ ਹੁੰਦੀ ਹੈ ਆਪਣੇ ਕੋਲ, 0 ਆਪਾਂ ਹੁਣੇ ਡਿਸਕਸ ਕੀਤਾ। ਇਹਦਾ ਮਤਲਬ ਜਿਹੜੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਇਨ ਬਿਟਵੀਨ ਦੀ 2 ਹੈ। ਠੀਕ ਹੈ ਜੀ। ਹੁਣ ਜੇਕਰ ਅਸੀਂ ਆਪਦੇ ਪਹਿਲਾਂ ਵਾਲੇ ਮੈਥਡ ਤੇ ਜਾਈਏ ਜਿਹੜਾ ਅਸੀਂ ਡਿਸਕਸ ਕੀਤਾ ਸੀਗਾ ਵੀ ਅਸੀਂ ਵੈਲਿਊ ਕਿਵੇਂ ਕੈਲਕੂਲੇਟ ਕਰੀ ਦੀ ਹੈ, ਕਪੈਸਿਟੈਂਸ ਦੀ ਵੈਲਿਊ ਅਸੀਂ ਕੈਲਕੂਲੇਟ ਕਿਵੇਂ ਕਰਨੀ ਹੈ, ਤਾਂ ਸਾਨੂੰ ਪਤਾ ਹੈ Q is equal to CV ਤੇ C is equal to Q by V. We want to calculate this C for the spherical capacitor. For this ਆਪਾਂ ਨੂੰ ਕੀ ਕੈਲਕੂਲੇਟ ਕਰਨਾ ਪਊਗਾ, ਸਾਨੂੰ V ਕੈਲਕੂਲੇਟ ਕਰਨਾ ਪਊਗਾ in terms of Q। ਠੀਕ ਹੈ ਜੀ। ਹੁਣੇ ਅਸੀਂ ਕੈਲਕੂਲੇਟ ਕੀਤਾ ਹੈ ਇੱਕ ਕੰਡਕਟਰ ਦੇ ਲਈ ਜਿਹੜਾ ਚਾਰਜ ਉਹਨੂੰ ਆਪਾਂ ਦਿੱਤਾ ਹੈ। ਠੀਕ ਹੈ ਜੀ। ਲੈਟ Q is the charge given to this, ਪੋਜ਼ਿਟਿਵ Q ਚਾਰਜ ਹੈ ਜਿਹੜਾ ਅਸੀਂ ਇਨਰ ਨੂੰ ਆਪਣੇ ਕੋਲ ਦਿੱਤਾ। ਠੀਕ ਹੈ ਜੀ। ਸੇਮ ਅਮਾਊਂਟ ਆਫ ਦੀ ਚਾਰਜ ਜਿਹੜਾ ਇੱਥੇ ਆਪਣੇ ਕੋਲ ਇੰਡਿਊਸ ਹੋਇਆ। ਸਾਨੂੰ ਇਹ ਗੱਲ ਪਤਾ ਹੈ ਵੀ ਇੱਕ ਜਿਹੜਾ ਕੰਡਕਟਰ ਹੈ ਉਹ ਕਿਸ ਤਰ੍ਹਾਂ ਨਾਲ, ਜਾਂ ਇੱਕ ਸਫੀਅਰ ਹੈ, ਸਫੈਰੀਕਲ ਕੰਡਕਟਰ ਹੈ, ਉਹ ਪੁਆਇੰਟ ਚਾਰਜ ਦੀ ਤਰ੍ਹਾਂ ਬਿਹੇਵ ਕਰਦਾ ਹੈ। ਠੀਕ ਹੈ ਜੀ। ਨਾਓ ਵੀ ਵਾਂਟ ਟੂ ਕੈਲਕੂਲੇਟ ਦੀ ਨੈਟ ਪੋਟੈਂਸ਼ੀਅਲ। due to this spherical capacitor in terms of Q। ਤਾਂ ਅਸੀਂ ਕੈਲਕੂਲੇਟ ਕਰੀਏ ਤਾਂ ਜਿਹੜੀ ਸਾਡੇ ਕੋਲ ਵੈਲਿਊ ਆਏਗੀ, ਜੇ ਅਸੀਂ V ਦੀ ਵੈਲਿਊ ਕੈਲਕੂਲੇਟ ਕਰੀਏ, ਠੀਕ ਹੈ ਜੀ, ਉਹ V of A plus V of B। ਆਊਟਰ ਜਿਹੜਾ ਕੰਡਕਟਰ ਹੈ ਇਹਨੂੰ ਅਸੀਂ B ਕਿਹਾ, ਇਨਰ ਵਾਲੇ ਦਾ ਨਾਮ ਆਪਾਂ ਰੱਖਿਆ A। ਠੀਕ ਹੈ ਜੀ। V of A ਦੀ ਵੈਲਿਊ ਜੇ ਅਸੀਂ ਕੈਲਕੂਲੇਟ ਕਰੀਏ, ਇਹਨੂੰ ਪੋਜ਼ਿਟਿਵ ਚਾਰਜ Q ਦਿੱਤਾ, ਇਹਦਾ ਮਤਲਬ V of A ਹੈ ਪੋਜ਼ਿਟਿਵ Q ਕਰਕੇ। ਹੁਣੇ ਅਸੀਂ ਫਾਰਮੂਲਾ ਆਪਾਂ ਨੂੰ ਪਤਾ ਹੈ ਪੁਆਇੰਟ ਚਾਰਜ ਦਾ 1/4πε0 Q by R of A। ਠੀਕ ਹੈ ਜੀ। R of A। ਸਿਮਿਲਰਲੀ V of B ਕਰਕੇ ਆਪਣੇ ਕੋਲ ਕੀ 1/4πε0 ਮਾਈਨਸ Q by R of B, ਕਿਉਂਕਿ ਇਨਰ ਸਾਈਡ ਤੇ ਆਪਣੇ ਕੋਲ ਕਿਹੜਾ ਚਾਰਜ ਡਿਵੈਲਪ ਹੈ, ਮਾਈਨਸ, ਤੇ ਆਊਟਸਾਈਡ ਆਪਣੇ ਕੋਲ ਕਿਹੜਾ ਚਾਰਜ ਹੈ, ਪੋਜ਼ਿਟਿਵ, ਜਿਹੜਾ ਆਪਣੇ ਕੋਲ ਕਿੱਥੇ ਚਲਾ ਗਿਆ, ਅਰਥ ਦੇ ਵਿੱਚ ਚਲਾ ਗਿਆ। ਤੇ ਇਲੈਕਟ੍ਰਿਕ ਫੀਲਡ ਹੈ ਜਿਹੜੀ ਆਪਣੇ ਕੋਲ ਆਊਟਸਾਈਡ ਕੀ ਹੈ, ਕੋਈ ਵੀ ਨਹੀਂ ਹੈਗੀ। ਇਸ ਲਈ ਜਿਹੜਾ ਨੈਟ ਪੋਟੈਂਸ਼ੀਅਲ ਸਾਡੇ ਕੋਲ ਡਿਵੈਲਪ ਹੋਇਆ V, ਉਹਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ, 1/4πε0 Q by RA। ਠੀਕ ਹੈ ਜੀ। ਪਲੱਸ ਕਰਾਂਗੇ ਤਾਂ ਮਾਈਨਸ ਵਾਲੀ ਟਰਮ ਨਾਲ ਮਾਈਨਸ ਹੋ ਜਾਊਗਾ, ਮਾਈਨਸ 1/4πε0 Q by R of B। ਠੀਕ ਹੈ ਜੀ। ਜੇ ਅਸੀਂ ਇਹਦੇ ਚੋਂ Q by 4πε0 ਕਾਮਨ ਕੱਢ ਦਈਏ ਤਾਂ 1/RA minus 1/R of B। This is the value of the capacitance। ਠੀਕ ਹੈ ਜੀ। ਉਹੀ ਜਿਹੜਾ ਅਸੀਂ ਮੈਥਡ ਅਪਲਾਈ ਕੀਤਾ ਸੀ, ਅਸੀਂ V ਦੀ ਵੈਲਿਊ ਹੈ ਜਿਹੜੀ ਆਪਣੇ ਕੋਲ ਕੀ ਕਰ ਲਈ ਹੈ, in terms of Q ਅਸੀਂ ਕੈਲਕੂਲੇਟ ਕਰ ਲਈ ਹੈ। now put this value in equation first, ਜਾਂ ਆਪਾਂ ਕਹੀਏ from equation first and second। ਤਾਂ C ਦੀ ਵੈਲਿਊ ਸਾਡੇ ਕੋਲ ਕੀ ਆਈ, Q ਡਿਵਾਈਡ ਬਾਈ V ਦੀ ਵੈਲਿਊ ਆਪਾਂ ਪੁੱਟ ਕਰੀਏ Q by 4πε0 1/R of A minus 1/R of B। ਠੀਕ ਹੈ ਜੀ। Q ਨਾਲ Q ਆਪਣੇ ਕੋਲ ਕੀ ਹੋ ਗਿਆ, ਕੈਂਸਲ,
बट ਇਹਦਾ बटा ऊपर चला गया, ये बन गया 4 पाई एप्सिलॉन नॉट डिवाइड बाय 1 बाय आर ए माइनस 1 बाय आर ऑफ बी। ठीक है जी, जे ਅਸੀਂ ਇਹਦਾ ਐਲਸੀਐਮ ਲੈ ਲੈਨੇ ਨੀਚੇ ਵਾਲੀ ਟਰਮ ਦਾ ਡਿਨੋਮੀਨੇਟਰ ਦਾ ਤੇ ਇਹਨੂੰ ਅਸੀਂ ਸੋਲਵ ਕਰ ਦਿੰਨੇ ਆ ਤਾਂ ਕੀ ਵੈਲਿਊ ਆਏਗੀ ਆਪਣੇ ਕੋਲੇ। डिनोमिनेटर की आ गया एलसीएम आर ए आर बी, ये आ गया आर ऑफ बी माइनस आर ऑफ ए। ठीक है जी, ये टर्म ऊपर चले जाएगी, कैपेसिटेंस की वैल्यू आ गई 4 पाई एप्सिलॉन नॉट आर ऑफ ए इंटू आर ऑफ बी डिवाइड बाय आर ऑफ बी माइनस आर ऑफ ए। ठीक है जी, ये वैल्यू है जी साढ़े को कैपेसिटेंस की, सफेरिकल कैपेसिटर की है जी साढ़े को वैल्यू आई है। ठीक है जी, देखो बेटे कोई भी आर्टिकल होवे जिंदे विच असीं कैपेसिटेंस कैलकुलेट करनी होवे, मैथड बहुत ज़्यादा सिंपल है। असीं करना की है, असीं फार्मूला C इक्वल टू क्यू बाई वी लिखना है, V की वैल्यू कैलकुलेट करनी है इन टर्म्स ऑफ Q, तो वैल्यू नूं असीं इक्वेशन दे विच पुट कर देना ते उहनूं सॉल्व कर देना। ठीक है जी, मैं उम्मीद करदा तुहानूं ये फार्मूला है जिहड़ा वो क्लीयर हो गया होगा, डिफरेंसीएशन भी पता लग गया होएगा भी ये अपने कोल की है कैपेसिटर है। तो जदों भी असीं गल करांगे कैपेसिटर की तो इहदा मतलब दो प्लेट्स होणगीਆਂ, आउटर प्लेट ਨੂੰ ਅਸੀਂ ਕੀ ਕੀਤਾ ਹੋਊਗਾ, ਅਰਥ ਕੀਤਾ ਹੋਊਗਾ, ਇਨਰ ਨੂੰ ਜਿਹੜਾ ਚਾਰਜ ਕੀਤਾ ਉਹ ਆਊਟਰ ਦੇ ਵਿੱਚ ਆਪਣੇ ਕੋਲ ਇਨਰ ਸਾਈਡ ਦੇ ਉੱਪਰ ਡਿਵੈਲਪ ਹੋਇਆ ਹੋਊਗਾ। ਠੀਕ ਹੈ, ਜਿਹੜਾ ਅਸੀਂ ਪ੍ਰਿੰਸੀਪਲ ਦੇ ਵਿੱਚ ਡਿਸਕਸ ਕੀਤਾ ਸੀ। ਜੇ ਕਿਸੇ ਬੱਚੇ ਨੂੰ ਇਹ ਪੁਆਇੰਟ ਨਹੀਂ ਕਲੀਅਰ ਤਾਂ ਪਲੀਜ਼ ਜਿਹੜੀ ਪਹਿਲਾਂ ਵਾਲੀ ਵੀਡੀਓ ਹੈ ਉਹ ਆਪਣੇ ਕੋਲੇ ਕੰਸਲਟ ਕਰ ਲਈ ਜਾਵੇ ਤੇ ਉਹਨੂੰ ਧਿਆਨ ਨਾਲ ਦੇਖ ਲਿਆ ਜਾਵੇ। ਠੀਕ ਹੈ ਜੀ, ਲਓ ਬੇਟੇ ਜਿਹੜਾ ਮੋਸਟ ਇੰਪੋਰਟੈਂਟ ਆਰਟੀਕਲ ਹੈ ਇਸ ਚੈਪਟਰ ਦਾ ਉਹ ਸਾਡੇ ਕੋਲ ਕੀ ਹੈ, ਕੈਪੈਸਿਟੈਂਸ ਕੈਲਕੂਲੇਟ ਕਰਨੀ ਹੈ ਪੈਰਲਲ ਪਲੇਟ ਕੈਪੈਸਿਟਰ ਦੀ। ਕੈਲਕੂਲੇਟ ਦੀ ਕੈਪੈਸਿਟੈਂਸ ਆਫ ए ਪੈਰਲਲ ਪਲੇਟ ਕੈਪੈਸਿਟਰ। ठीक है जी, ਆਪਾਂ ਕੀ ਕਹਾਂਗੇ, ਲੈਟ ਅਸ ਟੇਕ ਅ ਪੈਰਲਲ ਪਲੇਟ ਕੈਪੈਸਿਟਰ। ਸ਼ੁਰੂ ਇੱਥੋਂ ਹੀ ਅਸੀਂ ਹਰੇਕ ਆਰਟੀਕਲ ਅਸੀਂ ਸ਼ੁਰੂ ਕਰਨਾ ਹੈ ਵੀ ਲੈਟ ਅਸ ਟੇਕ ਅ ਪੈਰਲਲ ਪਲੇਟ ਕੈਪੈਸਿਟਰ। ਠੀਕ ਹੈ ਜੀ, ਪਲੱਸ ਕਿਊ ਐਂਡ ਮਾਈਨਸ ਕਿਊ ਇਜ਼ ਦੀ ਚਾਰਜ ਗਿਵਨ ਟੂ ਇਟਸ ਪਲੇਟ। ਠੀਕ ਹੈ ਜੀ, ਵਿਚ ਇਜ਼ ਕਨੈਕਟਡ ਟੂ ਅ ਬੈਟਰੀ। ਆ ਬੈਟਰੀ ਨਾਲ ਕਨੈਕਟ ਕੀਤਾ, ਪੋਜ਼ਿਟਿਵ ਟਰਮੀਨਲ ਨਾਲ ਕਨੈਕਟ ਕੀਤਾ, ਪੋਜ਼ਿਟਿਵ ਚਾਰਜ ਆ ਗਿਆ, ਨੈਗੇਟਿਵ ਨਾਲ ਕਨੈਕਟ ਕੀਤਾ, ਨੈਗੇਟਿਵ ਚਾਰਜ ਆ ਗਿਆ। ਡੀ ਇਜ਼ ਦੀ ਸੈਪਰੇਸ਼ਨ ਬਿਟਵੀਨ ਦੀ ਪਲੇਟਸ। ਸਮਾਲ ਡੀ ਹੈ ਉਹ ਪਲੇਟਸ ਦੇ ਵਿਚਕਾਰ ਦੀ ਕੀ ਹੈ, ਸੈਪਰੇਸ਼ਨ ਹੈ। ਏ ਇਜ਼ ਦੀ ਏਰੀਆ ਆਫ ਦੀ प्लेट्स, ਜਿਹੜਾ ਏਰੀਆ ਹੈ ਉਹ ਆਪਣੇ ਕੋਲ ਕੀ ਹੈ A। ਹੁਣ ਅਸੀਂ ਕੀ ਕੈਲਕੂਲੇਟ ਕਰਨਾ ਹੈ, ਵੀ ਵਾਂਟ ਟੂ ਕੈਲਕੂਲੇਟ ਦੀ ਕੈਪੈਸਿਟੈਂਸ ਆਫ ए ਪੈਰਲਲ ਪਲੇਟ ਕੈਪੈਸਿਟਰ। ਠੀਕ ਹੈ ਜੀ, ਤਾਂ ਫਿਰ ਆਪਾਂ ਨੂੰ ਪਤਾ ਹੈ ਵੀ ਮੈਥਡ ਆਪਣਾ ਕੀ ਹੈ, ਵੀ ਨੋ ਦੈਟ Q ਇਜ਼ ਇਕੁਅਲ ਟੂ CV, C ਇਜ਼ ਇਕੁਅਲ ਟੂ Q ਬਾਈ V। ਦਿਸ ਇਜ਼ ਦੀ ਇਕੁਏਸ਼ਨ ਨੰਬਰ ਫਸਟ। ਨਾਓ ਵੀ ਵਾਂਟ ਟੂ ਕੈਲਕੂਲੇਟ ਦੀ ਵੈਲਿਊ ਆਫ ਦੀ V। ठीक है जी, पोटेंशियल की वैल्यू है जी कैलकुलेट करो इन टर्म्स ऑफ Q। Q की फॉर्म दे विच ये कैलकुलेट करनी है। ठीक है जी, हुण सानू ये गल असीं पहलां भी क्लीयर की, आउटसाइड इलैक्ट्रिक फील्ड 0 है दोवें साइड ते। ठीक है, इनसाइड अपने को इलैक्ट्रिक फील्ड की वैल्यू है सिग्मा बाय एप्सिलॉन नॉट। सिग्मा इज दी सरफेस चार्ज, ठीक, कोफिशिएंट ऑफ सरफेस चार्ज डेंसिटी। ठीक है जी, ਹੁਣ ਅਸੀਂ ਕੀ ਕਰਨਾ ਹੈ, ਅਸੀਂ V ਦੀ ਵੈਲਿਊ ਕੈਲਕੂਲੇਟ ਕਰਨੀ ਹੈ ਤੇ ਸਾਡੇ ਕੋਲ ਕੀ ਹੈ, ਇੱਕ ਫਾਰਮੂਲਾ ਹੈ ਜਿਹੜਾ ਪੋਟੈਂਸ਼ੀਅਲ ਤੇ ਇਲੈਕਟ੍ਰਿਕ ਫੀਲਡ ਨੂੰ ਹੈ ਜਿਹੜਾ ਆਪਸ ਦੇ ਵਿੱਚ ਜੋੜਦਾ ਹੈ, E ਇਜ਼ ਇਕੁਅਲ ਟੂ ਮਾਈਨਸ dV ਬਾਈ dr। ਠੀਕ ਹੈ ਜੀ, ਜੇ ਅਸੀਂ ਮੈਗਨੀਟਿਊਡ ਦੇ ਵਿੱਚ ਇਸ ਇਕੁਏਸ਼ਨ ਨੂੰ ਲਈਏ ਤੇ ਆਪਣੇ ਸਿਨੈਰੀਓ ਦੇ ਅਕੋਰਡਿੰਗਲੀ ਵੇਖੀਏ, V ਪੋਟੈਂਸ਼ੀਅਲ ਹੈ, D ਸਪੇਸਿੰਗ ਬਿਟਵੀਨ ਦੀ ਪਲੇਟਸ ਹੈ। ਠੀਕ ਹੈ ਜੀ, ਇਸ ਇਕੁਏਸ਼ਨ ਤੋਂ ਅਸੀਂ ਵੇਖੀਏ ਤਾਂ V ਸਾਡੇ ਕੋਲ ਕੀ ਆ ਗਿਆ, E ਇੰਟੂ D। ਠੀਕ ਹੈ ਜੀ, ਇਹ ਗੱਲ ਕਲੀਅਰ ਹੋ ਗਈ ਕਿ ਨਹੀਂ ਹੋ ਗਈ। ਵੀ ਵਾਂਟ ਟੂ ਕੈਲਕੂਲੇਟ ਦੀ ਪੋਟੈਂਸ਼ੀਅਲ, ਤਾਂ ਅਸੀਂ E ਦੀ ਵੈਲਿਊ ਕੈਲਕੂਲੇਟ ਕਰਨੀ ਹੁੰਦੀ ਤੇ ਸਾਨੂੰ ਪਤਾ ਹੈ ਵੀ E ਦੀ ਵੈਲਿਊ ਸਿਗਮਾ ਬਾਈ ਐਪਸਾਈਲਨ ਨੋਟ ਹੈਗੀ ਹੈ ਤੇ ਅਸੀਂ ਸਿਗਮਾ ਦੀ ਵੈਲਿਊ ਪੁੱਟ ਕਰਕੇ ਸਿੱਧਾ ਹੀ ਯੂਜ਼ ਕਰ ਸਕਦੇ ਸੀ। ਬਟ ਸਾਨੂੰ ਵੈਲਿਊ ਕਾਹਦੀ ਚਾਹੀਦੀ ਸੀ, ਸਾਨੂੰ ਵੈਲਿਊ ਚਾਹੀਦੀ ਸੀ V ਦੀ। ਠੀਕ ਹੈ ਜੀ, ਅਸੀਂ ਇਸ ਚੀਜ਼ ਕਰਕੇ ਕੀ ਕੀਤਾ, E ਤੇ V ਦਾ ਜਿਹੜਾ ਰਿਲੇਸ਼ਨ ਹੈ ਅਸੀਂ ਉਹਨੂੰ ਯੂਜ਼ ਕਰ ਲਿਆ। ਉਤੋਂ ਅਸੀਂ ਇਹ ਵੈਲਿਊ ਕੈਲਕੂਲੇਟ ਕੀਤੀ ਵੀ V ਦੀ ਵੈਲਿਊ ਸਾਡੇ ਕੋਲ ਇਹ ਆ ਗਈ। ਹੁਣ ਇੱਥੇ ਅਸੀਂ E, ਕਿਉਂਕਿ ਆਪਣਾ ਆਰਟੀਕਲ ਦੇ ਵਿੱਚ ਅਸੀਂ ਇਹ ਗੱਲ ਸ਼ੁਰੂ ਤੋਂ ਯਾਦ ਰੱਖੀ ਹੋਈ ਹੈ ਵੀ V ਦੀ ਵੈਲਿਊ ਕੱਢਣੀ ਇਨ ਟਰਮਸ ਆਫ Q, ਤਾਂ ਉਸ ਚੀਜ਼ ਵੱਲ ਵਧਣਾ। ਤਾਂ E ਦੀ ਵੈਲਿਊ ਕੀ ਹੈ, ਸਿਗਮਾ ਬਾਈ ਐਪਸਾਈਲਨ ਨੋਟ ਇੰਟੂ D। ਬਟ ਸਿਗਮਾ ਆਪਣੇ ਕੋਲ ਕੀ ਹੁੰਦਾ, ਟੋਟਲ ਚਾਰਜ ਬਾਈ ਟੋਟਲ ਏਰੀਆ। ਟੋਟਲ ਚਾਰਜ ਬਾਈ ਟੋਟਲ ਏਰੀਆ, ਜੇ ਅਸੀਂ ਉਹ ਵੈਲਿਊ ਇੱਥੇ ਪੁੱਟ ਕਰ ਦਿੰਦੇ ਹਾਂ ਸਿਗਮਾ ਦੀ, Q ਬਾਈ A ਐਪਸਾਈਲਨ ਨੋਟ ਇੰਟੂ D ਇਜ਼ ਇਕੁਅਲ ਟੂ V। ये पॉइंट दसो बेटे क्लीयर होया कि नहीं। देखो स्ट्रेट फॉरवर्ड मैथड है, वैल्यू कैलकुलेट करनी है V दी इन टर्म्स ऑफ Q, वो कैलकुलेट होगी हुण फ्रॉम इक्वेशन फस्ट एंड सैकेंड। पहली तो दूसरी इक्वेशन चो वैल्यू सैकेंड इक्वेशन की कढ़ के उहदे विच पुट कर दो फस्ट इक्वेशन दे विच। ठीक है जी, तो साडे कोल की है
ਰਿਜ਼ਲਟ ਹੈ ਜਿਹੜਾ ਕੈਲਕੂਲੇਟ ਹੋ ਜਾਊਗਾ। ਤਾਂ C ਦੀ ਵੈਲਿਊ ਕੀ ਹੈ ਜੇ ਆਪਾਂ ਕਹੀਏ ਫਰੋਮ ਇਕੁਏਸ਼ਨ ਫਸਟ ਐਂਡ ਸੈਕਿੰਡ, ਤਾਂ C ਦੀ ਵੈਲਿਊ ਕੀ Q/V, ਤੇ V ਦੀ ਵੈਲਿਊ ਅਸੀਂ ਕੀ ਕੈਲਕੂਲੇਟ ਕੀਤੀ Q × D ਡਿਵਾਈਡ ਬਾਈ A ਐਪਸਾਈਲਨ ਨੋਟ। ਡਿਨੋਮੀਨੇਟਰ ਦਾ ਡਿਨੋਮੀਨੇਟਰ ਹੈ ਜਿਹੜਾ ਉਹ ਨਿਊਮੀਰੇਟਰ ਦੇ ਵਿੱਚ ਚਲਾ ਜਾਂਦਾ, ਬਟੇ ਦਾ ਬਟਾ ਉੱਪਰ Q × A ਐਪਸਾਈਲਨ ਨੋਟ ਡਿਵਾਈਡ ਬਾਈ Q × D। Q ਨਾਲ Q ਆਪਣੇ ਕੋਲ ਕੀ ਹੋ ਗਿਆ ਕੈਂਸਲ, ਤਾਂ ਵੈਲਿਊ ਕੀ ਹੈਗੀ A ਐਪਸਾਈਲਨ ਨੋਟ ਬਾਈ D। ਠੀਕ ਹੈ ਜੀ, ਇਹ ਪੁਆਇੰਟ ਆਪਣੇ ਕੋਲ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ। ਦਿਸ ਇਜ਼ ਦੀ ਫੇਮਸ ਫਾਰਮੂਲਾ ਫॉर ਦੀ ਪੈਰਲਲ ਪਲੇਟ ਕਪੈਸਿਟਰ। ਯਾਦ ਰੱਖਣਾ, ਇਹਦੇ ਤੇ ਨੂਮੈਰੀਕਲ ਵੀ ਆਉਂਦੇ ਆ ਅੱਗੇ ਜਾ ਕੇ। ਜੈਸੇ ਸਾਡਾ ਜਦੋਂ ਯੂਨਿਟ ਕੰਪਲੀਟ ਹੋ ਜਾਏਗਾ ਥਿਓਰੈਟਿਕਲੀ ਤਾਂ ਅਸੀਂ ਨੂਮੈਰੀਕਲ ਕਰਾਂਗੇ, ਉੱਥੇ ਅਸੀਂ ਇਹ ਫਾਰਮੂਲਾ ਯੂਜ਼ ਕਰਾਂਗੇ। ਯਾਦ ਰੱਖਣਾ ਹੈ ਵੀ ਕਪੈਸਿਟੈਂਸ ਆਫ ਅ ਪੈਰਲਲ ਪਲੇਟ ਕਪੈਸਿਟਰ ਇਜ਼ ਗਿਵਨ ਬਾਈ A ਐਪਸਾਈਲਨ ਨੋਟ ਬਾਈ D ਇਫ 에ਅਰ ਇਜ਼ ਦੀ ਮੀਡੀਅਮ। ਦੋਵਾਂ ਦੇ ਵਿਚਕਾਰ ਸਾਡੇ ਕੋਲ ਇੱਥੇ ਕੀ ਹੈ 에ਅਰ, ਤਾਂ ਹੀ ਅਸੀਂ ਕੀ ਯੂਜ਼ ਕੀਤਾ ਐਪਸਾਈਲਨ ਨੋਟ ਦੀ ਵੈਲਿਊ ਹੈ ਜਿਹੜੀ ਯੂਜ਼ ਕੀਤੀ ਹੈ। ਠੀਕ ਹੈ ਜੀ, ਉਮੀਦ ਕਰਦਾ ਹਾਂ ਤੁਹਾਨੂੰ ਇਹ ਪੈਰਲਲ ਪਲੇਟ ਕਪੈਸਿਟਰ ਦਾ ਜਿਹੜਾ ਫਾਰਮੂਲਾ ਕਲੀਅਰ ਹੋ ਗਿਆ ਹੋਗਾ। ਬਿਲਕੁਲ ਸਿੰਪਲ ਹੈ। C ਦਾ ਫਾਰਮੂਲਾ ਲਿਖਣਾ Q/V, V ਦੀ ਵੈਲਿਊ ਕੈਲਕੂਲੇਟ ਕਰਨੀ ਹੈ ਇਨ ਟਰਮਸ ਆਫ Q। ਬਸ ਆ ਰਿਲੇਸ਼ਨ ਹੈ ਜਿਹੜਾ V = E × D। E ਦੀ ਵੈਲਿਊ ਆਪਾਂ ਨੂੰ ਪਤਾ σ/ε0, ਅਸੀਂ ਪਹਿਲਾਂ ਇਹ ਕੀਤੀ ਹੋਈ ਹੈ ਪਿਛਲੇ ਪੋਟੈਂਸ਼ੀਅਲ ਵਾਲੇ ਚੈਪਟਰ ਦੇ ਵਿੱਚ। ਠੀਕ ਹੈ ਜੀ, ਉਹ ਵੈਲਿਊ ਤੋਂ ਅਸੀਂ ਇਨ ਟਰਮਸ ਆਫ Q ਜਦੋਂ ਕੈਲਕੂਲੇਟ ਹੋਗੀ ਇਕੁਏਸ਼ਨ ਨੰਬਰ 1 ਚ ਪੁੱਟ ਕਰਕੇ ਅਸੀਂ ਰਿਜ਼ਲਟ ਕੈਲਕੂਲੇਟ ਕਰ ਦੇਣਾ। ਠੀਕ ਹੈ ਜੀ, ਲਓ ਹੁਣ ਆਪਾਂ K ਬਾਰੇ ਡਿਸਕਸ ਕਰੀਏ। ਰਿਲੇਟਿਵ ਪਰਮਿਟਿਵਿਟੀ ਜਾਂ ਡਾਇਲੈਕਟ੍ਰਿਕ ਕਾਂਸਟੈਂਟ K। ਠੀਕ ਹੈ ਜੀ, ਰਿਲੇਟਿਵ ਪਰਮਿਟਿਵਿਟੀ ਜਾਂ ਡਾਇਲੈਕਟ੍ਰਿਕ ਕਾਂਸਟੈਂਟ K ਬਾਰੇ ਜੇ ਅਸੀਂ ਡਿਸਕਸ ਕਰਦੇ ਹਾਂ, ਜਦੋਂ ਵੀ ਸ਼ਬਦ ਸਾਡੇ ਕੋਲ ਆਉਂਦਾ ਰਿਲੇਟਿਵ ਜਾਂ ਰਿਲੇਟਿਵ, ਇਹਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ। ਪਰਮਿਟਿਵਿਟੀ ਦਾ ਮਤਲਬ ਆਪਣੇ ਕੋਲ ਕੀ ਹੈ, ਇਲੈਕਟ੍ਰਿਕ ਫੀਲਡ ਹੈ ਜਿਹੜੀ ਉਹ ਕਿਸੇ ਮੀਡੀਅਮ ਦੇ ਵਿੱਚੋਂ ਕਿੰਨੀ ਕੁ ਆਸਾਨੀ ਦੇ ਨਾਲ ਪਾਸ ਕਰੂਗੀ। ਠੀਕ ਹੈ ਜੀ, ਉਹ ਸਾਨੂੰ ਮੈਜਰ ਕੌਣ ਦਿੰਦਾ ਹੈ ਪਰਮਿਟਿਵਿਟੀ। ਹੁਣ ਰਿਲੇਟਿਵ ਦਾ ਮਤਲਬ ਕਿ ਵਿਦ ਰਿਸਪੈਕਟ ਟੂ 에ਅਰ। ਠੀਕ ਹੈ ਜੀ, ਤਾਂ ਇਸ ਚੀਜ਼ ਨੂੰ ਜਿਹੜਾ ਉਹ ਯਾਦ ਰੱਖ ਲੈਣਾ। ਇਟ ਇਜ਼ ਨੋਟਡ ਬਾਈ ਦੀ ਸਿੰਬਲ ਐਪਸਾਈਲਨ ਆਫ R। ਠੀਕ ਹੈ ਜੀ, ਜਾਂ K, ਇਹ ਕਹਿੰਦੇ ਬਰਾਬਰ ਹੁੰਦੀ ਹੈ ਐਪਸਾਈਲਨ ਬਾਈ ਐਪਸਾਈਲਨ ਨੋਟ। ਇਹ ਆਪਣੇ ਕੋਲ ਕੀ ਹੈ ਪਰਮਿਟਿਵਿਟੀ ਆਫ ਦੀ ਮੀਡੀਅਮ। ਇਹ ਆਪਣੇ ਕੋਲ ਕੀ ਹੈ ਪਰਮਿਟਿਵਿਟੀ ਆਫ ਦੀ ਮੀਡੀਅਮ, ਤੇ ਇਹ ਆਪਣੇ ਕੋਲ ਕੀ ਹੈ ਪਰਮਿਟਿਵਿਟੀ ਆਫ ਦੀ 에ਅਰ। ਠੀਕ ਹੈ, ਆ ਵੈਲਿਊਜ਼ ਆਪਣੇ ਕੋਲ ਲਿਖੀਆਂ ਹੋਈਆਂ, ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਠੀਕ ਹੈ ਜੀ, ਇਸ ਨੂੰ K ਨੂੰ ਅਸੀਂ ਇਸ ਤਰ੍ਹਾਂ ਨਾਲ ਲਿਖਿਆ ਹੋਇਆ ਐਪਸਾਈਲਨ ਬਾਈ ਐਪਸਾਈਲਨ ਨੋਟ। ਇਨ ਟਰਮਸ ਆਫ ਜੇ ਅਸੀਂ ਇਹਨੂੰ F ਲਿਖਦੇ ਹਾਂ ਤਾਂ ਦੇਖੋ ਇਹਨੂੰ ਇਸੇ ਇਕੁਏਸ਼ਨ ਤੋਂ ਯਾਦ ਰੱਖਿਆ ਜਾ ਸਕਦਾ ਵੀ ਜਦੋਂ ਆਪਣੇ ਕੋਲੇ ਕੀ ਹੈ 2 ਕੂਲਮਜ਼ ਲਾ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਫੋਰਸ ਬਿਟਵੀਨ ਦੀ 2 ਚਾਰजेस। ਜੇ ਅਦਰ ਦੈਨ 에ਅਰ ਕੋਈ ਅਸੀਂ ਮੀਡੀਅਮ ਇਨਸਰਟ ਕਰਦੇ ਹਾਂ ਤਾਂ ਜਿਹੜੀ ਜਿੰਨਾ ਵੀ ਉਸ ਮੀਡੀਅਮ ਦਾ ਡਾਇਲੈਕਟ੍ਰਿਕ ਹੁੰਦਾ ਉਹਨੇ ਟਾਈਮ ਜਿਹੜੀ ਹੁੰਦੀ ਹੈ ਫੋਰਸ ਘਟ ਜਾਂਦੀ ਹੈ। F = F0/K, ਜੇ ਉੱਥੋਂ K = F0/F। ਜਾਂ ਅਸੀਂ ਯਾਦ ਰੱਖ ਸਕਦੇ ਹਾਂ ਵੀ ਇਹਦੇ ਉਲਟ। ਠੀਕ ਹੈ ਜੀ, ਇੱਥੇ ਨੋਟ ਤੋਂ ਬਿਨਾਂ ਵਾਲਾ, ਇੱਥੇ ਨੋਟ ਵਾਲਾ ਆਏਗਾ F0/F। ਹੁਣ F ਕਿੰਦੇ ਬਰਾਬਰ ਹੁੰਦਾ Q × E ਇਲੈਕਟ੍ਰਿਕ ਫੀਲਡ, ਇਹਦਾ ਮਤਲਬ E0/E। ਜਿਹੜਾ ਇਹ ਰਿਲੇਸ਼ਨ ਹੈ ਜਿਹੜਾ ਉਹ ਹਮੇਸ਼ਾ ਯਾਦ ਰੱਖਣਾ। ਠੀਕ ਹੈ ਜੀ, K ਦਾ ਡਾਇਲੈਕਟ੍ਰਿਕ ਕਾਂਸਟੈਂਟ ਜਾਂ ਰਿਲੇਟਿਵ ਪਰਮਿਟਿਵਿਟੀ। ਤੇ ਇਨ ਟਰਮਸ ਆਫ ਡੈਫੀਨੇਸ਼ਨ ਆਪਾਂ ਬਣਾਉਣਾ ਚਾਹੀਏ ਤਾਂ ਆਪਾਂ ਕਹਿ ਸਕਦੇ ਹਾਂ ਇਟ ਇਜ਼ ਦੀ ਰੇਸ਼ੋ ਆਫ ਦੀ ਪਰਮਿਟਿਵਿਟੀ ਆਫ ਦੀ ਮੀਡੀਅਮ ਟੂ ਦੀ ਪਰਮਿਟਿਵਿਟੀ ਆਫ ਦੀ 에ਅਰ। ਜਾਂ ਆਪਾਂ ਕਹਿ ਸਕਦੇ ਹਾਂ F/F0 ਦੀ ਫਾਰਮ 'ਚ ਦੱਸਣਾ ਤਾਂ ਇਹ ਸਾਡੇ ਕੋਲ ਕੀ ਹੈ ਇਟ ਇਜ਼ ਦੀ ਰੇਸ਼ੋ ਆਫ ਦੀ force between the 2 charges which are placed in air to the same charges when placed in some medium other than air at same distance। ठीक है जी, it is the ratio of F0/F। ठीक है जी, it is noted by symbol K। K ਦੀ ਵੈਲਿਊ ਹੈ ਠੀਕ ਹੈ ਜੀ ਫॉर ਵੈਕਿਊਮ ਆਪਣੇ ਕੋਲ K ਦੀ ਵੈਲਿਊ ਆਲਮੋਸਟ 1 ਹੈ। ਫॉर 에ਅਰ 1 ਐਟਮੋਸਫੇਰਿਕ ਪ੍ਰੈਸ਼ਰ ਤੇ ਜਾਂ 100 ਐਟਮੋਸਫੇਰਿਕ ਅਸੀਂ ਆਲਮੋਸਟ 1 ਹੀ ਲੈ ਕੇ ਚੱਲਦੇ ਹਾਂ 에ਅਰ ਦੀ ਵੈਕਿਊਮ ਦੀ। ਠੀਕ ਹੈ ਜੀ, ਫॉर ਹਾਈਡਰੋਜਨ। ਠੀਕ ਹੈ ਜੀ, ਅਲੱਗ-ਅਲੱਗ ਜਿਹੜੇ ਆਪਣੇ ਕੋਲ ਕਿ ਟਰਪੇਟਾਈਨ ਹੋ ਗਿਆ, ਟੈਫਲੋਨ, ਐਂਬਰ, ਮਾਈਕਾ ਦੇ ਕਪੈਸਿਟਰ ਅਸੀਂ ਬਹੁਤ ਯੂਜ਼ ਕਰਦੇ ਹਾਂ। ਠੀਕ ਹੈ ਜੀ, ਗਲਾਸ, ਅਲਕੋਹਲ, ਵਾਟਰ ਦੀ ਅਸੀਂ ਗੱਲ ਕੀਤੀ ਸੀ। ਤੇ 1 ਨੰਬਰ ਦੇ ਵਿੱਚ ਕੁਐਸਚਨ ਆ ਜਾਂਦਾ ਵੀ ਜੇਕਰ ਅਸੀਂ ਕੀ ਕੀਤਾ ਪੁਆਇੰਟ ਚਾਰजेस ਨੂੰ ਉਹਨਾਂ ਦੇ ਵਿਚਕਾਰ ਅਸੀਂ ਕੈਲਕੂਲੇਟ ਕਰਨੀ ਹੋਵੇ ਕੂਲਮਜ਼ ਲਾ ਕਰਕੇ ਫੋਰਸ, ਤਾਂ ਉਹਨਾਂ ਨੂੰ 에ਅਰ ਤੋਂ ਵਾਟਰ ਦੇ ਵਿੱਚ ਲੈ ਕੇ ਜਾਂਦੇ ਹਾਂ ਤਾਂ ਫੋਰਸ ਦਾ ਕਿੰਨਾ ਫਰਕ ਪਵੇਗਾ। ਤਾਂ F = F/, ਕਈ ਬੁੱਕਸ ਦੇ ਵਿੱਚ 80 ਲਿਖਿਆ ਹੁੰਦਾ, ਕਈਆਂ ਦੇ ਵਿੱਚ 81।
ਇਹਦਾ ਮਤਲਬ ਜਿਹੜੀ ਵੈਲਿਊ ਹੋਊਗੀ 81 ਟਾਈਮ ਆਪਣੇ ਕੋਲ ਡਿਕਰੀਜ਼ ਕਰ ਜੂਗੀ। ਠੀਕ ਹੈ ਜੀ, ਆ ਪੁਆਇੰਟ ਆਪਣੇ ਕੋਲ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਰਿਲੇਟਿਵ ਪਰਮਿਟਿਵਿਟੀ। ਹੁਣ ਜਿਹੜਾ ਆਪਾਂ ਮੇਨ ਆਪਾਂ ਜਿਹੜਾ ਕੁਐਸਚਨ ਕਰ ਰਹੇ ਸੀ, ਇਹ ਡੈਫੀਨੇਸ਼ਨ ਕਲੀਅਰ ਹੋ ਗਈ ਨਾ ਜੀ। K is equal to epsilon by epsilon naught is equal to F naught by F is equal to E naught by E। ਠੀਕ ਹੈ, ਹੁਣ C ਦੀ ਫਾਰਮ ਦੇ ਵਿੱਚ ਅਸੀਂ ਇੱਥੇ ਕੈਲਕੂਲੇਟ ਕਰਦੇ ਹਾਂ ਵੀ ਇੱਥੇ ਸਾਡੇ ਕੋਲ ਵੈਲਿਊ ਕਿੰਨੀ ਆਏਗੀ। ਠੀਕ ਹੈ ਜੀ, ਕਿਉਂਕਿ ਜਿਹੜਾ ਸਾਡਾ ਆਰਟੀਕਲ ਸੀਗਾ ਉਹਨੂੰ ਅਸੀਂ ਐਕਸਟੈਂਡ ਕਰਨਾ ਹੈ ਵੀ what will be the effect of the on the capacity of a parallel plate capacitor if a dielectric relative permittivity dielectric of value K is inserted between the plates। ਠੀਕ ਹੈ ਜੀ, ਤਾਂ ਹੁਣ ਅਸੀਂ ਗੱਲ ਕੀਤੀ ਸੀ, ਸਾਨੂੰ ਪਤਾ ਵੀ ਫਾਰਮੂਲਾ ਆਪਣੇ ਕੋਲ ਕੀ ਹੈ ਫॉर ए पैरेलल प्लेट कैपेसिटर A epsilon naught by D for air is the medium between plates। ਠੀਕ ਹੈ ਜੀ, if ਇਹਨੂੰ ਇਕੁਏਸ਼ਨ ਨੰਬਰ 1 ਕਹਿ ਲਈਏ ਆਪਾਂ, for any other medium। ਠੀਕ ਹੈ ਜੀ, ਜਿੰਦੇ ਡਾਇਲੈਕਟ੍ਰਿਕ ਕਾਂਸਟੈਂਟ ਦੀ ਵੈਲਿਊ ਕੀ ਹੈ? K ਹੈ ਮੰਨ ਲਓ, ਤਾਂ ਕਪੈਸਿਟੈਂਸ ਤੇ ਕੀ ਫਰਕ ਪਊਗਾ? ਇਹਨੂੰ ਆਪਾਂ C ਨੋਟ ਕਹਿ ਦਈਏ। C is equal to A ਐਪਸਾਈਲਨ ਨੋਟ ਦੀ ਥਾਂ ਤੇ ਕੀ ਆਊਗਾ? ਐਪਸਾਈਲਨ, ਕਿਉਂਕਿ ਹੁਣ 에ਅਰ ਨਹੀਂ ਹੈਗਾ। ਹੁਣ ਸਾਨੂੰ ਅਸੀਂ ਇਹਦੀ ਵੈਲਿਊ ਸਾਨੂੰ ਪਤਾ ਹੈ ਵੀ ਜਿਹੜਾ K ਹੈ ਉਹ ਕਹਿੰਦੇ ਬਰਾਬਰ ਹੁੰਦਾ ਹੈ ਐਪਸਾਈਲਨ ਬਾਏ ਐਪਸਾਈਲਨ ਨੋਟ। ਇਹਦਾ ਮਤਲਬ ਐਪਸਾਈਲਨ ਦੀ ਵੈਲਿਊ ਕੀ ਆਈ? K ਇੰਟੂ ਐਪਸਾਈਲਨ ਨੋਟ। ਠੀਕ ਹੈ, ਜਦੋਂ ਇਹ ਵੈਲਿਊ ਅਸੀਂ ਇੱਥੇ ਪੁੱਟ ਕਰ ਦਿਆਂਗੇ ਤਾਂ C ਦੀ ਵੈਲਿਊ ਆਪਣੇ ਕੋਲ ਕੀ ਹੋਊਗੀ? A ਇੰਟੂ K ਐਪਸਾਈਲਨ ਨੋਟ ਬਾਈ D। ਤਾਂ ਇਸ ਇਕੁਏਸ਼ਨ ਨੂੰ ਐਂ ਲਿਖ ਸਕਦੇ K A ਐਪਸਾਈਲਨ ਨੋਟ ਬਾਈ D। A ਐਪਸਾਈਲਨ ਨੋਟ ਬਾਈ D ਕੀ ਹੈ? ਫਰੋਮ ਇਕੁਏਸ਼ਨ ਫਸਟ ਐਂਡ ਸੈਕਿੰਡ। ਜੇ ਅਸੀਂ ਇਹਨਾਂ ਨੂੰ ਕੰਪੇਅਰ ਕਰੀਏ ਤਾਂ C ਦੀ ਵੈਲਿਊ ਕੀ ਆ ਗਈ? K ਇੰਟੂ C ਨੋਟ। ਇਹਦਾ ਮਤਲਬ ਕੀ ਹੋਇਆ ਵੀ ਜਦੋਂ ਅਸੀਂ ਇੱਕ ਡਾਇਲੈਕਟ੍ਰਿਕ ਨੂੰ ਪੈਰਲਲ ਪਲੇਟ ਕੈਪੈਸਿਟਰ ਦੀਆਂ ਪਲੇਟਸ ਦੇ ਵਿਚਕਾਰ ਰੱਖ ਦਿਆਂਗੇ ਤਾਂ ਉਹਦੇ ਰੱਖਣ ਦੇ ਨਾਲ ਉਹਦੀ ਕੈਪੈਸਿਟੀ ਕੀ ਹੋਊਗੀ? K ਟਾਈਮ ਇਨਕਰੀਜ਼ ਕਰ ਜਾਵੇਗੀ। ਤਾਂ ਉਹਦੀ ਕੈਪੈਸਿਟੀ ਕੀ ਹੋਊਗੀ? K ਟਾਈਮ ਇਨਕਰੀਜ਼ ਕਰ ਜਾਵੇਗੀ। ਇਹ ਪੁਆਇੰਟ ਆ ਜਿਹੜਾ ਉਹ ਯਾਦ ਰੱਖ ਲੈਣਾ। ਠੀਕ ਹੈ ਜੀ, ਇਹੀ ਜਿਹੜਾ ਸਾਡੇ ਕੋਲ ਅਸੀਂ ਵੈਲਿਊ ਯਾਦ ਰੱਖੀਆਂ ਸੀਗੀਆਂ, K ਦੀ ਵੈਲਿਊ ਕੀ ਹੈ? ਐਪਸਾਈਲਨ ਬਾਏ ਐਪਸਾਈਲਨ ਨੋਟ। ਠੀਕ ਹੈ ਜੀ, ਇਨ ਟਰਮਸ ਆਫ F ਆਪਾਂ ਯਾਦ ਰੱਖਿਆ ਸੀਗਾ F ਨੋਟ ਬਾਏ F is equal to E ਨੋਟ ਬਾਏ E is equal to C ਬਾਏ C ਨੋਟ। ਜਿਹੜੀ ਆ ਵੈਲਿਊ ਅਸੀਂ ਕੈਲਕੂਲੇਟ ਕੀਤੀ ਹੈ, ਜੇ ਅਸੀਂ ਅੰਦਰਲੀ ਸਾਈਡ ਤੇ ਲੈ ਜਾਈਏ ਤਾਂ ਠੀਕ ਹੈ ਜੀ, C ਬਾਏ C ਨੋਟ। ਇਹ ਵੈਲਿਊ ਹੈ ਜਿਹੜੀ K ਦੀ ਉਹ ਯਾਦ ਰੱਖ ਲੈਣੀ ਹੈ। ਠੀਕ ਹੈ ਜੀ, ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ? ਠੀਕ ਹੈ, ਐਪਸਾਈਲਨ ਬਾਏ ਐਪਸਾਈਲਨ ਨੋਟ। ਠੀਕ, ਥੈਂਕ ਯੂ। ਉਮੀਦ ਕਰਦਾ ਹਾਂ ਕਿ ਜਿਹੜੇ ਆਰਟੀਕਲ ਅੱਜ ਕਰਵਾਏ ਗਏ ਸਾਰੇ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਕਿਰਪਾ ਕਰਕੇ ਇਹ ਜਿਹੜਾ ਵੀਡੀਓਜ਼ ਨੂੰ ਧਿਆਨ ਦੇ ਨਾਲ ਕੰਪਲੀਟ ਦੇਖਿਆ ਜਾਵੇ, ਕਿਉਂਕਿ ਵਿਊਜ਼ ਤੋਂ ਕੰਪਲੀਟ ਮੈਨੂੰ ਪਤਾ ਲੱਗਿਆ ਕਿ ਜ਼ਿਆਦਾਤਰ ਵੀਡੀਓਜ਼ ਆ ਜਿਹੜੀਆਂ ਕੰਪਲੀਟ ਨਹੀਂ ਦੇਖੀਆਂ ਜਾ ਰਹੀਆਂ, ਫਿਰ ਬੇਟੇ ਸਮਝ ਨਹੀਂ ਆਏਗੀ ਟੌਪਿਕਸ ਦੀ। ਤੇ ਇਹ ਫ੍ਰੀ ਆਫ ਕਾਸਟ ਤੁਹਾਡੇ ਵਾਸਤੇ, ਸਿਰਫ ਤੁਹਾਡੇ ਬੈਨੀਫਿਟ ਵਾਸਤੇ ਹੀ ਬਣਾਈਆਂ ਜਾ ਰਹੀਆਂ। ਜੇਕਰ ਇੰਨੀ ਮਿਹਨਤ ਇਹਨਾਂ ਚੀਜ਼ਾਂ ਦੇ ਪਿੱਛੇ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓਜ਼ ਨੂੰ ਕੰਪਲੀਟ ਦੇਖਿਆ ਜਾਵੇ। ਠੀਕ ਹੈ ਜੀ, ਜੇ ਤੁਹਾਨੂੰ ਅੱਛੀਆਂ ਲੱਗ ਰਹੀਆਂ ਵੀਡੀਓ, ਹੋਰ ਬਣਾਉਣੀਆਂ ਚਾਹੁੰਦੇ ਹੋ ਤੁਸੀਂ ਵੀ ਮੈਂ ਬਣਾਵਾਂ, ਤਾਂ ਠੀਕ ਹੈ, ਪਲੀਜ਼ ਕੀ ਕਰੋ, ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਠੀਕ ਹੈ ਜੀ, ਲਾਈਕ ਕਰੋ, ਵੱਧ ਤੋਂ ਵੱਧ ਬੱਚੇ ਜਿਹੜਾ ਇਸ ਦਾ ਬੈਨੀਫਿਟ ਲੈ ਸਕਣ। ਠੀਕ ਹੈ ਜੀ, ਥੈਂਕ ਯੂ।